ਓਮ ਸ਼ਾਂਤੀ। ਅੱਜ 16/8/2023 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ ਦੂਰਦੇਸ਼ੀ ਅਤੇ ਵਿਸ਼ਾਲ ਬੁੱਧੀ ਬਣੋ। ਸ਼ਿਵ ਬਾਬਾ ਦੇ ਕੰਮ ਵਿੱਚ ਕਦੇ ਡਿਸਟਰਬ ਨਹੀਂ ਕਰਨਾ। ਡਿਸਟਰਬ ਕਰਨ ਵਾਲਿਆਂ ਨੂੰ ਕਦੇ ਉੱਚ ਪਦਵੀ ਨਹੀਂ ਮਿਲ ਸਕਦੀ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਇਸ ਦੁਨੀਆ ਵਿੱਚ ਮਨੁੱਖਾਂ ਨੂੰ ਕਿਹੜੇ ਖਿਆਲਾਤ ਰਹਿੰਦੇ ਹੈ ਜੋ ਸਤਜੁਗੀ ਦੇਵਤਾ ਨੂੰ ਕਦੇ ਨਹੀਂ ਆਉਣਗੇ। ਅੱਜ ਬਾਬਾ ਦਾ ਉੱਤਰ ਹੈ, ਇੱਥੇ ਮਨੁੱਖ ਸਮਝਦੇ ਹੈ ਕਿ ਅਸੀਂ ਕਮਾਵਾਂਗੇ ਤਾਂ ਸਾਡੇ ਪੁੱਤਰ ਅਤੇ ਪੋਤਰੇ ਖਾਣਗੇ, ਲੇਕਿਨ ਇਹ ਖਿਆਲਾਤ ਦੇਵਤਾ ਵਿੱਚ ਨਹੀਂ ਹੋਣਗੇ, ਕਿਉਂਕਿ ਉਹਨਾਂ ਦੇ ਪੁੱਤਰ ਅਤੇ ਪੋਤਰੇ ਸਭ ਇੱਥੇ ਹੀ ਵਰਸਾ ਲੈ ਕੇ ਜਾਂਦੇ ਹੈ। ਉਹ ਸਮਝਦੇ ਹੈ ਸਾਡੀ ਅਵਿਨਾਸ਼ੀ ਰਜ਼ਾਈ ਹੈ, ਇੱਥੇ ਹੀ ਹਰੇਕ ਆਪਣਾ ਆਪਣਾ ਪੁਰਸ਼ਾਰਥ ਕਰ ਰਹੇ ਹੈ। ਗੀਤ ਹੈ ਅੱਜ ਦਾ, ਮਾਤਾ ਓ ਮਾਤਾ ਤੂੰ ਹੈ ਜਗ ਕੀ ਭਾਗਯ ਵਿਦਾਤਾ। ਓਮ ਸ਼ਾਂਤੀ। ਬੱਚਿਆਂ ਨੇ ਮਾਤਾਵਾਂ ਦੀ ਮਹਿਮਾ ਸੁਣੀ। ਬੱਚੇ ਜਾਣ ਚੁੱਕੇ ਹੈ ਕਿਸ ਕਿਸ ਮਾਤਾ ਦੀ ਮਹਿਮਾ ਹੁੰਦੀ ਹੈ। ਮਾਤਾਵਾਂ ਦੀ ਇਤਨੀ ਮਹਿਮਾ ਕਰਦੇ ਹੈ ਤਾਂ ਜ਼ਰੂਰ ਹੋ ਕੇ ਗਈਆਂ ਹੈ। ਹੁਣ ਤੇ ਉਹ ਹੈ ਨਹੀਂ ਜੋ ਜਗਤੰਬਾ ਹੋ ਕੇ ਗਈ ਹੈ। ਉਹਨਾਂ ਦੀ ਭਗਤੀ ਮਾਰਗ ਵਿੱਚ ਮਹਿਮਾ ਹੁੰਦੀ ਹੈ। ਹੁਣ ਉਹ ਕੀ ਕਰਕੇ ਗਈ ਇਹ ਤੁਸੀਂ ਵੀ ਨਹੀਂ ਜਾਣਦੇ ਸੀ। ਜਗਤੰਬਾ ਅਤੇ ਮੰਦਿਰ ਵਿੱਚ ਜਾਂਦੇ ਹੈ, ਜਾ ਕੇ ਉਸ ਤੋਂ ਕੁਛ ਨਾ ਕੁਛ ਮੰਗਦੇ ਹੈ। ਕਿਸੇ ਵੀ ਬੱਚੇ ਦੀ ਆਸ ਹੋਵੇਗੀ, ਕਈ ਆਸ਼ੀਰਵਾਦ ਮੰਗਣਗੇ। ਹੁਣ ਜੜ ਚਿੱਤਰ ਤੇ ਕੁਛ ਕਰ ਨਹੀਂ ਸਕਦੇ, ਨਾ ਉਹ ਸਮਝਦੇ ਹੈ, ਪਰ ਇਹ ਹੈ ਭਗਤੀ। ਤੁਸੀਂ ਜਾਣਦੇ ਹੋ ਉਹ ਪਾਸਟ ਹੋ ਗਿਆ ਹੈ। ਜਗਤੰਬਾ ਦੀ ਮਹਿਮਾ ਹੈ, ਇੱਕ ਤਾਂ ਨਹੀਂ ਹੈ। ਤੁਸੀਂ ਸਭ ਬ੍ਰਾਹਮਣ ਕੁਲ ਦੀ ਪਾਲਣਾ ਕਰਦੇ ਹੋ, ਫਿਰ ਦੇਵੀ ਕੁਲ ਦੀ ਪਾਲਣਾ ਕਰੋਗੇ। ਤੁਸੀਂ ਇਸ ਮੇਲੇ ਵਿੱਚ ਜਿਵੇਂ ਕਿ ਸਾਰੇ ਜਗਤ ਦੀ ਪਾਲਣਾ ਕਰਦੇ ਹੋ, ਪਰ ਕੋਈ ਜਾਣਦੇ ਨਹੀਂ। ਚੰਡਿਕਾ ਦੇਵੀ ਦਾ ਵੀ ਮੇਲਾ ਲੱਗਦਾ ਹੈ। ਚੰਡਿਕਾ ਨਾਮ ਵੇਖੋ ਕਿੰਨਾ ਛੀ ਹੈ। ਬਾਬਾ ਕਹਿੰਦੇ ਹੈ, ਜੋ ਆਸ਼ਚਰਯਵਤ ਭਗੰਤੀ ਹੋ ਫਰਗਤੀ ਦਿੰਦੇ ਹੈ, ਉਹ ਜਾ ਕੇ ਚੰਡਾਲ ਦਾ ਜਨਮ ਪਾਉਂਦੇ ਹੈ। ਘਰ ਵਿੱਚ ਚੰਚਲਤਾ ਕਰਦੇ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਨਾ, ਤੁਸੀਂ ਤਾਂ ਚੰਡੀ ਹੋ, ਚੰਡਾਲ ਹੋ। ਬਰੋਬਰ ਤੁਸੀਂ ਵੇਖਦੇ ਹੋ ਸ਼ਿਵ ਬਾਬਾ ਦਾ ਬਣ ਕੇ ਫਿਰ ਵੀ ਬਹੁਤ ਚੰਚਲਤਾ ਕਰਦੇ ਹੈ। ਚੰਚਲਤਾ ਮਤਲਬ ਅਵਗਿਆ ਕਰਦੇ ਹੈ। ਸ਼ਿਵ ਬਾਬਾ ਦੀ ਸਰਵਿਸ ਵਿੱਚ ਡਿਸਟਰਬ ਕਰਦੇ ਹੈ ਤਾਂ ਅੰਤ ਵਿੱਚ ਚਲੇ ਹੀ ਜਾਂਦੇ ਹੈ। ਕੋਈ ਵੀ ਬ੍ਰਹਮਾ ਕੁਮਾਰੀ ਸੈਂਟਰ ਵਿੱਚ ਹੋਵੇਗੀ, ਕੋਈ ਚੰਚਲਤਾ ਕਰੇਗੀ, ਕਿਸੇ ਨੂੰ ਸਮਝਾ ਨਹੀਂ ਸਕੇਗੀ ਜਾਂ ਕ੍ਰੋਧ ਕਰਦੀ ਹੋਵੇਗੀ ਤਾਂ ਸਭ ਕਹਿਣਗੇ ਇਹਨਾਂ ਵਿੱਚ ਤੇ ਬਹੁਤ ਕ੍ਰੋਧ ਹੈ। ਹੁਣ ਚੰਡਿਕਾ ਇੱਕ ਤੇ ਨਹੀਂ, ਬਹੁਤ ਹੁੰਦੀਆਂ ਹੈ। ਦੇਵੀਆਂ ਦੀ ਮਹਿਮਾ ਵੀ ਹੈ ਅਤੇ ਫਿਰ ਇਵੇਂ ਜੋ ਚੰਡਿਕਾ ਆਦਿ ਬੰਦੇ ਹੈ ਉਹਨਾਂ ਦਾ ਵੀ ਗਾਇਨ ਹੈ। ਫਿਰ ਵੀ ਈਸ਼ਵਰ ਦੇਵ ਬਣੇ ਹੈ। ਭਾਵੇਂ ਕੋਈ ਚਲੇ ਜਾਂਦੇ ਹੈ ਫਿਰ ਵੀ ਸਵਰਗ ਵਿੱਚ ਤੇ ਆਉਣਗੇ ਨਾ, ਮਾਲਿਕ ਤਾਂ ਬਣਨਗੇ ਨਾ। ਭਾਵੇਂ ਮਾਲਿਕ ਤਾਂ ਰਾਜਾ ਰਾਣੀ ਹੀ ਬਣਦੇ ਹੈ, ਲੇਕਿਨ ਪ੍ਰਜਾ ਵੀ ਕਹੇਗੀ ਅਸੀਂ ਮਾਲਿਕ ਹਾਂ। ਲੋਕੀ ਕਹਿੰਦੇ ਹੈ ਨਾ ਸਾਡਾ ਭਾਰਤ ਮਹਾਨ ਹੈ। ਅੱਜ ਕੱਲ੍ਹ ਤਾਂ ਗੀਤ ਵੀ ਗਾਉਂਦੇ ਰਹਿੰਦੇ ਹੈ, ਭਾਰਤ ਬਹੁਤ ਚੰਗਾ ਸੀ। ਹੁਣ ਤੁਸੀਂ ਬੇਹੱਦ ਬਾਪ ਦੇ ਬੱਚੇ ਬਣੇ ਹੋ। ਗੋਪੀ ਬੱਲਭ ਦੀਆਂ ਗੋਪੀਆਂ ਗਾਈਆਂ ਹੋਈਆਂ ਹੈ। ਬੱਲਭ ਬਾਪ ਨੂੰ ਕਿਹਾ ਜਾਂਦਾ ਹੈ, ਗਾਇਆ ਵੀ ਜਾਂਦਾ ਹੈ। ਇੱਕ ਗੋਪੀ ਬੱਲਭ ਦੀ ਅਨੇਕ ਗੋਪੀਆਂ ਹੈ। ਸਤਜੁਗ ਵਿੱਚ ਤੇ ਗੋਪਿਕਾਵਾਂ ਆਦਿ ਦੀ ਗੱਲ ਹੀ ਨਹੀਂ ਹੈ। ਹੁਣ ਤੁਸੀਂ ਬੱਚੇ ਵਿਸ਼ਾਲ ਦੂਰਦੇਸ਼ੀ ਬਣੇ ਹੋ। ਬੁੱਧੀ ਦਾ ਤਾਲਾ ਖੁੱਲ ਗਿਆ ਹੈ। ਇਸ ਜਨਮ ਦੀ ਜੀਵਨ ਕਹਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਹਰ ਇੱਕ ਨੂੰ ਨਸ਼ਾ ਤੇ ਰਹਿੰਦਾ ਹੈ ਨਾ। ਹੁਣ ਬਿਰਲਾ ਹੈ ਉਹਨਾਂ ਨੂੰ ਆਪਣੇ ਧਨ ਦਾ ਨਸ਼ਾ ਹੋਵੇਗਾ। ਸਮਝਣਗੇ ਮੈਂ ਸਭ ਤੋਂ ਸਾਹੂਕਾਰ ਹਾਂ, ਪਰੰਤੂ ਤੁਸੀਂ ਜਾਣਦੇ ਹੋ ਜੋ ਅੱਜ ਸਾਹੂਕਾਰ ਹੈ ਉਹ ਫਿਰ ਗਰੀਬ ਬਣ ਜਾਵੇਗਾ। ਤੁਹਾਡੀ ਅਤੇ ਦੂਜਿਆਂ ਮਨੁੱਖਾਂ ਦੀ ਬੁੱਧੀ ਵਿੱਚ ਰਾਤ ਦਿਨ ਦਾ ਫਰਕ ਹੈ। ਕਿਸੇ ਨੂੰ ਕੀ ਨਸ਼ਾ ਰਹਿੰਦਾ ਹੈ, ਕਿਸੇ ਨੂੰ ਕੀ ਨਸ਼ਾ ਰਹਿੰਦਾ ਹੈ। ਮੈਂ ਫਲਾਨਾ ਹਾਂ, ਅਜਿਹਾ ਹਾਂ। ਇਹਨਾਂ ਨੂੰ ਬ੍ਰਹਮਾ ਨੂੰ ਵੀ ਨਸ਼ਾ ਸੀ ਨਾ, ਮੈਂ ਵੱਡਾ ਜੁਹਾਰੀ ਹਾਂ। ਹੁਣ ਸਮਝਦੇ ਹੈ ਉਹ ਸਭ ਨਸ਼ੇ ਕੌੜੀ ਮਿਸਲ ਹੈ। ਤੁਸੀਂ ਬੱਚਿਆਂ ਨੂੰ ਕਿੰਨਾ ਨਸ਼ਾ ਚੜਿਆ ਹੋਇਆ ਹੈ। ਹੁਣ ਸਮਝਦੇ ਹੈ ਅਸੀਂ ਕਮਾਵਾਂਗੇ ਫਿਰ ਸਾਡੇ ਪੁੱਤਰ ਪੋਤਰੇ ਖਾਣਗੇ। ਇੱਥੇ ਤਾਂ ਉਹ ਗੱਲ ਹੈ ਨਹੀਂ।
ਤੁਸੀਂ ਜਾਣਦੇ ਹੋ ਅਸੀਂ ਬੇਹੱਦ ਦੇ ਬਾਪ ਨੂੰ ਜਾਣ ਕੇ ਉਹਨਾਂ ਤੋਂ ਵਰਸਾ ਪਾ ਰਹੇ ਹਾਂ, ਜਿਸ ਦੀ ਪ੍ਰਲਬਧ ਅਸੀਂ ਹੀ ਖੁਦ ਜਨਮ ਬਾਏ ਜਨਮ ਪਦਵੀ ਪਾਵਾਂਗੇ। ਪੁੱਤਰ ਪੋਤਰੇ ਆਦਿ ਸਭ ਇੱਥੇ ਪੁਰਸ਼ਾਰਥ ਕਰ ਰਹੇ ਹੈ। ਸਾਡੇ ਪੋਤਰੇ ਖਾਣਗੇ। ਇਹ ਖਿਆਲਾਤ ਉੱਥੇ ਨਹੀਂ ਰਹਿੰਦੇ। ਸਮਝਦੇ ਹੈ ਅਵਿਨਾਸ਼ੀ ਰਜ਼ਾਈ ਹੈ। ਇੱਥੇ ਤਾਂ ਰਾਜੇ ਲੋਕ ਸਮਝਦੇ ਹੈ ਪੁੱਤਰ ਪੋਤਰੇ ਖਾਣਗੇ। ਤੁਸੀਂ ਹੁਣ ਬਾਪ ਤੋਂ ਇਤਨਾ ਵਰਸਾ ਲੈਂਦੇ ਹੋ, ਅਜਿਹਾ ਕਰਮ ਕਰਦੇ ਹੋ ਜੋ 21 ਜਨਮ ਉਸ ਦਾ ਫਲ ਮਿਲਦਾ ਰਹਿੰਦਾ ਹੈ। ਪੁੱਤਰ ਪੋਤਰਿਆਂ ਦਾ ਖਿਆਲ ਨਹੀਂ ਰਹਿੰਦਾ, ਉਹ ਵੀ ਸਭ ਇੱਥੇ ਹੀ ਵਰਸਾ ਪਾਉਂਦੇ ਹੈ। ਤੁਹਾਨੂੰ ਕਿੰਨਾ ਗਿਆਨ ਹੈ, ਮਨੁੱਖ ਤਾਂ ਕੁਝ ਵੀ ਨਹੀਂ ਜਾਣਦੇ। ਬਾਬਾ ਆਖਦੇ ਨੇ ਜ਼ਰੂਰ ਉਹਨਾਂ ਤੋਂ ਇਤਨਾ ਭਾਰੀ ਸੁੱਖ ਮਿਲਦਾ ਹੋਵੇਗਾ। ਗਾਉਂਦੇ ਹੈ ਨਾ, ਹੇ ਪਰਮ ਪਿਤਾ ਪਰਮਾਤਮਾ ਰਹਿਮ ਕਰੋ। ਉਹਨਾਂ ਨੂੰ ਪਰਮ ਆਤਮਾ ਕਿਹਾ ਜਾਂਦਾ ਹੈ। ਉਹ ਸੁਪਰੀਮ ਹੈ, ਜਨਮ ਮਰਨ ਰਹਿਤ ਹੈ। ਇਸ ਲਈ ਉਹਨਾਂ ਨੂੰ ਪਰਮਾਤਮਾ ਮਤਲਬ ਪਰਮਾਤਮਾ ਕਹਿੰਦੇ ਹੈ। ਸਭ ਆਤਮਾਵਾਂ ਦਾ ਰੂਪ ਇੱਕ ਜਿਹਾ ਹੈ। ਜਿਵੇਂ ਜਿਵੇਂ ਪੁਰਸ਼ਾਰਥ ਕਰਦੇ ਹੈ ਉਵੇਂ ਪਦਵੀ ਪਾਉਂਦੇ ਹੈ। ਇਹਨਾਂ ਦੀ ਆਤਮਾ ਚੰਗਾ ਪੜ੍ਹਦੀ ਹੈ ਤਾਂ ਨਾਰਾਇਣ ਬਣਦੀ ਹੈ। ਕੋਈ ਫਿਰ ਫੇਲ ਹੋਣਗੇ ਤਾਂ ਰਾਮ ਬਣਨਗੇ। ਆਤਮਾ ਹੀ ਬਣਦੀ ਹੈ ਨਾ। ਤੁਹਾਡੀ ਆਤਮਾ ਸਮਝਦੀ ਹੈ ਮੈਂ ਪਰਮ ਪਿਤਾ ਪਰਮਾਤਮਾ ਤੋਂ ਰਾਜਯੋਗ ਸਿੱਖ ਰਹੀ ਹਾਂ। ਆਤਮਾ ਫਿਰ ਆ ਕੇ ਨਵਾਂ ਚੋਲਾ ਪਹਿਨਾ ਪਾਠ ਬਜਾਵੇਗੀ, ਨਰ ਤੋਂ ਨਾਰਾਇਣ ਬਣੇਗੀ। ਇਹ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ। ਨੰਬਰਵਾਰ ਪੁਰਸ਼ਾਰਥ ਅਨੁਸਾਰ ਫਿਰ ਇਹ ਗਿਆਨ ਪ੍ਰਾਇਆ ਲੋਪ ਹੋ ਜਾਂਦਾ ਹੈ। ਉੱਥੇ ਕੋਈ ਪਾਤਿਤ ਹੋਵੇਗਾ ਨਹੀਂ। ਗਿਆਨ ਕਿਸ ਨੂੰ ਦੇਣਗੇ? ਪਾਤਿਤ ਪਾਵਨ ਨੂੰ ਇੱਥੇ ਯਾਦ ਕਰਦੇ ਹੈ। ਅੱਛਾ ਸਮਝੋ ਗੰਗਾ ਪਾਤਿਤ ਪਾਵਨੀ ਹੈ ਤਾਂ ਵੀ ਉਹ ਰਾਜਯੋਗ ਤਾਂ ਨਹੀਂ ਸਿਖਲਾ ਸਕਦੀ ਨਾ। ਬਾਪ ਤੇ ਰਾਜਯੋਗ ਸਿਖਾਉਂਦੇ ਹੈ ਨਾ। ਇਹ ਸਾਰੇ ਡਰਾਮੇ ਦਾ ਰਾਜ ਆਦਿ ਤੋਂ ਅੰਤ ਤੱਕ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ। ਤੁਸੀਂ ਸਭ ਪੜ੍ਹਦੇ ਤਾਂ ਇੱਕ ਹੀ ਕਲਾਸ ਵਿੱਚ ਹੈ, ਲੇਕਿਨ ਨੰਬਰਵਾਰ ਹੈ। ਸ਼ੁਰੂ ਵਿੱਚ 300 ਦੀ ਭੱਠੀ ਸੀ। ਗਊਸ਼ਾਲਾ ਵਿੱਚ ਹਜ਼ਾਰਾਂ ਦੀ ਅੰਦਾਜ਼ ਵਿੱਚ ਗਊਆਂ ਹੋਣ ਦਾ ਕੋਈ ਸਵਾਬ ਵੀ ਨਹੀਂ ਕਰਦਾ। ਭੱਠੀ ਵੀ ਥੋੜੀਆਂ ਦੀ ਬਣਨੀ ਸੀ। ਉਹਨਾਂ ਵਿੱਚੋਂ ਵੀ ਕਈ ਤਾਂ ਚੱਲ ਰਹੇ ਹੈ, ਕਈ ਟੁੱਟ ਰਹੇ ਹੈ। ਕਈ ਬੱਚੇ ਸਮਝਦੇ ਹੈ ਅਸੀਂ ਪਹਿਲੇ ਤੋਂ ਹੁੰਦੇ ਤਾਂ ਚੰਗਾ ਸੀ, ਪਰੰਤੂ ਇਵੇਂ ਨਹੀਂ ਹੈ। ਪੁਰਾਣੇ ਕਿੰਨੇ ਭਗੰਤੀ ਹੋ ਗਏ। 25-30 ਬਰੇ ਵਾਲੇ ਵੀ ਇਹਨਾਂ ਨਾ ਨਹੀਂ ਯਾਦ ਰੱਖਦੇ ਕਿ ਉਹ ਬੇਹੱਦ ਦਾ ਬਾਪ ਹੈ ਜਿਸ ਤੋਂ ਵਰਸਾ ਪਾਉਂਦੇ ਹੈ। ਬਾਬਾ ਸਵਰਗ ਦਾ ਮਾਲਿਕ ਬਣਾਉਂਦੇ ਹੈ। ਸੈਕਿੰਡ ਦੀ ਗੱਲ ਹੈ। ਬਾਪ ਕਹਿੰਦੇ ਹੈ ਤੁਸੀਂ ਮੇਰਾ ਬਣਨ ਨਾਲ ਸਵਰਗ ਦੇ ਮਾਲਿਕ ਬਣੋਗੇ। ਜੀਵਨ ਮੁਕਤੀ ਦਾ ਰਾਜਾ ਰਾਣੀ ਵੀ ਪਾਉਂਦੇ ਹੈ, ਪ੍ਰਜਾ ਵੀ ਪਾਉਂਦੀ ਹੈ, ਗਾਇਆ ਵੀ ਹੋਇਆ ਹੈ। ਸੈਕਿੰਡ ਵਿੱਚ ਜੀਵਨ ਮੁਕਤੀ। ਬੱਚੇ ਜੋ ਪੂਰਾ ਪੜ੍ਹਦੇ ਨਹੀਂ ਹੈ ਉਹ ਕੀ ਕਰਦੇ ਹੋਣਗੇ? ਚੰਚਲਤਾ। ਕਈ ਬੱਚੇ ਤਾਂ ਬਹੁਤ ਆਗਿਆਕਾਰੀ ਹੁੰਦੇ ਹੈ। ਬਾਪ ਤੋਂ ਵੀ ਚੰਗਾ ਮਰਤਬਾ ਪਾ ਲੈਂਦੇ ਹੈ। ਬਾਪ 100-200 ਕਮਾਉਣ ਵਾਲਾ ਹੋਵੇਗਾ, ਬੱਚਾ ਲੱਖਪਤੀ ਬਣ ਜਾਂਦਾ ਹੈ। ਤਾਂ ਅਲੌਕਿਕ ਸੰਬੰਧ ਵਿੱਚ ਵੀ ਇਵੇਂ ਹੁੰਦਾ ਹੈ। 7 ਰੋਜ਼ ਵਾਲਾ ਬੱਚਾ 25 ਵਰੇ ਵਾਲੇ ਤੋਂ ਤਿੱਖਾ ਚਲਾ ਜਾਂਦਾ ਹੈ। ਨੰਬਰਵਾਰ ਤੇ ਹੁੰਦਾ ਹੀ ਹੈ। ਤੁਸੀਂ ਅਸਲ ਵਿੱਚ ਸਭ ਸਜਣੀਆਂ ਹੋ, ਇੱਕ ਸਾਜਨ ਨੂੰ ਯਾਦ ਕਰਦੇ ਹੋ। ਤੁਸੀਂ ਜਾਣਦੇ ਹੋ ਬਾਪ ਆ ਕੇ ਸਾਨੂੰ ਸੁਖ ਧਾਮ ਦਾ ਵਰਸਾ ਦਿੰਦੇ ਹੈ। ਲੌਕਿਕ ਪਤੀ ਹੈ ਫਿਰ ਵੀ ਯਾਦ ਉਹਨਾਂ ਨੂੰ ਕਰਦੇ ਹੈ ਜੋ ਪਤੀਆਂ ਦਾ ਪਤੀ ਹੈ। ਪਰ ਲੌਕਿਕ ਸਾਜਨ ਅੰਮ੍ਰਿਤ ਪਿਲਾਉਂਦੇ ਹੈ, ਇਸ ਲਈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਫਿਰ ਤੁਸੀਂ ਸਵਰਗ ਦੇ ਮਾਲਿਕ ਬਣ ਜਾਂਦੇ ਹੋ। ਫਿਰ ਉੱਥੇ ਕਿਸੇ ਨੂੰ ਯਾਦ ਨਹੀਂ ਕਰਦੇ ਹੈ। ਹੁਣ ਤੇ ਪੁਰਸ਼ਾਰਥ ਤੋਂ ਤੁਸੀਂ 21 ਜਨਮ ਪ੍ਰਲਬਧ ਪਾਉਂਦੇ ਹੋ। ਤੁਹਾਡੀ ਬੁੱਧੀ ਕਿੰਨੀ ਖੁੱਲੀ ਹੈ। ਉਹ ਵੀ ਨੰਬਰਵਾਰ, ਤਾਂ ਬਾਦਸ਼ਾਹੀ ਵੀ ਨੰਬਰਵਾਰ ਲੈਂਦੇ ਹੋ। ਤੁਹਾਨੂੰ ਸਭ ਸਮਝ ਦਿੱਤਾ ਹੈ। ਇੱਥੇ ਚੰਗੀ ਤਰ੍ਹਾਂ ਪੜ੍ਹਾਈ ਪੜ੍ਹਨ ਨਾਲ ਤੁਸੀਂ ਪਦਵੀ ਵੀ ਇਤਨੀ ਉੱਚ ਪਾਓਗੇ, ਨਹੀਂ ਤਾਂ ਅਨਪੜ੍ਹੇ ਪੜ੍ਹੇ ਦੇ ਅੱਗੇ ਭਰੀ ਢਾਉਣਗੇ। ਇਸ ਵਿੱਚ ਪੁਰਸ਼ਾਰਥ ਬਹੁਤ ਚੰਗੀ ਤਰ੍ਹਾਂ ਕਰਨਾ ਹੈ। ਹੁਣ ਟਾਈਮ ਚੰਗਾ ਹੈ ਪੁਰਸ਼ਾਰਥ ਦੇ ਲਈ। ਤੁਸੀਂ ਜਾਣਦੇ ਹੋ ਜਿੱਥੇ ਜਿਉਣਾ ਹੈ ਉੱਥੇ ਗਿਆਨ ਅੰਮ੍ਰਿਤ ਪੀਣਾ ਹੈ ਅਤੇ ਪੜ੍ਹਦੇ ਰਹਿਣਾ ਹੈ। ਸੈਪਲਿੰਗ ਲਗਾਉਂਦੇ ਰਹਿੰਦੇ ਹੈ। ਕੋਈ ਝੱਟ ਸਮਝ ਜਾਂਦੇ ਹੈ ਤਾਂ ਸਮਝਾਇਆ ਜਾਂਦਾ ਹੈ। ਇਹਨਾਂ ਦੀ ਪਦਵੀ ਤੇ ਚੰਗੀ ਵੇਖਣ ਵਿੱਚ ਆਉਂਦੀ ਹੈ। ਚੰਗਾ ਨੇੜੇ ਦਾ ਫੁੱਲ ਹੈ
ਤਨ ਮਨ ਧਨ ਅਰਪਣ ਕਰ ਬੈਠੇ ਹੈ। ਸਰਵਿਸ ਵਿੱਚ ਚੰਗਾ ਲੱਗ ਗਿਆ ਹੈ, ਸਮਝਦਾ ਹੈ ਆਪਣਾ ਸਮਾਂ ਜਿੰਨਾ ਸਰਵਿਸ ਵਿੱਚ ਦੇਵਾਂਗੇ ਉਤਨਾ ਫਾਇਦਾ ਹੈ। ਜਿਵੇਂ ਬਾਬਾ ਅਸੀਂ ਗਿਆਨ ਨੇਤਰਹੀਣ ਅੰਨਿਆਂ ਦੀ ਲਾਠੀ ਬਣਿਆ ਹੈ, ਇਵੇਂ ਸਾਨੂੰ ਵੀ ਬਣਨਾ ਹੈ। ਤੁਸੀਂ ਇੱਕ ਦੂਜੇ ਦੀ ਲਾਠੀ ਬਣਦੇ ਜਾਂਦੇ ਹੋ। ਅੰਨਾ ਬਣਾਇਆ ਹੈ ਰਾਵਣ ਨੇ। ਇਹ ਤੁਹਾਨੂੰ ਸਮਝਾਇਆ ਜਾਂਦਾ ਹੈ ਕਿ ਇਸ ਸਮੇਂ ਸਾਰੀ ਦੁਨੀਆ ਲੰਕਾ ਹੈ, ਸਭ ਸ਼ੋਕ ਵਾਟਿਕਾ ਵਿੱਚ ਹੈ। ਨਾਮ ਰੱਖਿਆ ਹੈ ਆਸ਼ੋਕਾ ਹੋਟਲ, ਉੱਥੇ ਖੂਬ ਮਜ਼ੇ ਉਡਾਉਂਦੇ ਹੈ। ਹੁਣ ਤੁਸੀਂ ਜਾਣਦੇ ਹੋ ਬਾਬਾ ਆਇਆ ਹੋਇਆ ਹੈ, ਮਹਾਭਾਰਤ ਲੜਾਈ ਸਾਹਮਣੇ ਖੜੀ ਹੈ। ਇਹ ਤਾਂ ਲੱਗਣੀ ਹੈ ਜਦੋਂ ਕਿ ਘਰ ਦੇ ਗੇਟਸ ਖੁੱਲਣੇ ਹੈ। ਦੁਆਪਰ ਦੀ ਤੇ ਗੱਲ ਹੀ ਨਹੀਂ। ਹੁਣ ਤੇ ਘੋਰ ਹਨੇਰਾ ਹੈ ਨਾ, ਬ੍ਰਾਹਮਣਾਂ ਦੀ ਰਾਤ ਹੁਣ ਪੂਰੀ ਹੋਈ ਹੈ। ਬਾਬਾ ਆਇਆ ਹੋਇਆ ਹੈ। ਇਹ ਗੱਲਾਂ ਤੁਸੀਂ ਬੱਚਿਆਂ ਹੀ ਜਾਣਦੇ ਹੈ, ਸਕੂਲ ਵਿੱਚ ਪੜ੍ਹਦੇ ਹੈ। ਕੋਈ ਤਾਂ ਬਹੁਤ ਚੰਗੇ ਮਾਰਕਸ ਲੈਂਦੇ ਹੈ, ਕੋਈ ਫੇਲ ਹੋ ਜਾਂਦੇ ਹੈ। ਫੇਲ ਦੀ ਨਿਸ਼ਾਨੀ ਹੈ ਚੰਦਰਵੰਸ਼ੀ ਵਿੱਚ ਚਲੇ ਜਾਣਗੇ। ਰਾਮ ਨੂੰ ਛਤਰੀਆ ਦੀ ਨਿਸ਼ਾਨੀ ਦਿੱਤੀ ਹੈ। ਅਰਥ ਨਹੀਂ ਸਮਝਦੇ। ਲਵ ਕੁਸ਼ ਦੀਆਂ ਕੀ ਗੱਲਾਂ ਬੈਠ ਸੁਣਾਉਂਦੇ ਹੈ, ਕਿੰਨਾ ਝੂਠੇ ਦੋਸ਼ ਬੈਠ ਲਗਾਉਂਦੇ ਹੈ। ਗਾਉਂਦੇ ਹੈ ਰਾਮ ਰਾਜਾ ਰਾਮ ਪ੍ਰਜਾ ਧਰਮ ਦਾ ਉਪਕਾਰ ਹੈ। ਫਿਰ ਇਹ ਸਭ ਗੱਲਾਂ ਕਿੱਥੋਂ ਆਈਆਂ? ਇਹ ਸਭ ਗੱਲਾਂ ਸਮਝਣ ਦੀਆਂ ਹੈ। ਤੁਸੀਂ ਜਾਣਦੇ ਹੋ ਇਹ ਨੌਲੇਜ ਨੰਬਰਵਾਰ ਸਾਡੀ ਬੁੱਧੀ ਵਿੱਚ ਹੈ। ਸਟੂਡੈਂਟ ਨੂੰ ਬਹੁਤ ਤਿੱਖਾ ਪੁਰਸ਼ਾਰਥ ਕਰਨਾ ਚਾਹੀਦਾ ਹੈ। ਅਸੀਂ ਗॉड ਫਾਦਰਲੀ ਸਟੂਡੈਂਟ ਹਾਂ। ਟੀਚਰ ਨੂੰ ਕਿਉਂ ਨਹੀਂ ਯਾਦ ਕਰਨਗੇ? ਅਸੀਂ ਹਾਂ ਪਾਤਿਤ ਪਾਵਨ ਗॉड ਫਾਦਰਲੀ ਸਟੂਡੈਂਟ। ਇਸ ਵਿੱਚ ਬਾਪ ਟੀਚਰ ਸਤਿਗੁਰੂ ਤਿੰਨੋਂ ਹੀ ਆ ਜਾਂਦੇ ਹੈ। ਤੁਸੀਂ ਸਭ ਸੀਤਾਵਾਂ ਹੋ ਨਾ, ਰਾਵਣ ਦੀ ਸ਼ੋਕ ਵਾਟਿਕਾ ਵਿੱਚ ਪਏ ਹੋ। ਇਨ ਕਾਰਪੋਰੀਅਲ ਗॉड ਫਾਦਰ ਇਜ਼ ਗਿਆਨ ਸਾਗਰ ਨੌਲੇਜਫੁਲ। ਸ਼੍ਰੀ ਕ੍ਰਿਸ਼ਨ ਅਤੇ ਲਕਸ਼ਮੀ ਨਾਰਾਇਣ ਨੂੰ ਇਵੇਂ ਨਹੀਂ ਕਹਾਂਗੇ, ਉਹਨਾਂ ਦੀ ਮਹਿਮਾ ਹੀ ਨਿਆਰੀ ਹੈ। ਗੀਤ ਵਿੱਚ ਵੀ ਗਾਉਂਦੇ ਹੈ ਉਹਨਾਂ ਦੀ ਮਹਿਮਾ ਅਪਰਮ ਅਪਾਰ ਹੈ, ਜੋ ਅਜਿਹਾ ਬਣਾਉਂਦੇ ਹੈ। ਤੁਸੀਂ ਕਹਿੰਦੇ ਹੋ ਬਾਬਾ ਅਸੀਂ ਤੁਹਾਡੇ ਤੋਂ ਪੂਰਾ ਵਰਸਾ ਲਵਾਂਗੇ। ਤੁਸੀਂ ਕਿੰਨੇ ਮਿੱਠੇ ਹੋ, ਕਿੰਨੇ ਪਿਆਰੇ ਹੋ। ਲਕਸ਼ਮੀ ਨਾਰਾਇਣ ਕਿੰਨੇ ਮਿੱਠੇ ਕਿੰਨੇ ਪਿਆਰੇ ਹੈ। ਲਕਸ਼ਮੀ ਨਾਰਾਇਣ ਦੇ ਚਿੱਤਰ ਦੇਖੋ, ਹਮੇਸ਼ਾ ਮੁਸਕਰਾਹਟ ਵਾਲੇ ਵਿਖਾਉਂਦੇ ਹੈ। ਤੁਸੀਂ ਜਾਣਦੇ ਹੋ ਦੇਵਤਾ ਇਸ ਭਾਰਤ ਵਿੱਚ ਹੀ ਹੈ। ਹੁਣ ਕਿੱਥੇ ਹੈ? ਤੁਸੀਂ ਸਭ ਦੱਸ ਸਕਦੇ ਹੋ ਕਿ ਉਹਨਾਂ ਦਾ ਅੰਤਿਮ ਜਨਮ ਹੈ, ਫਿਰ ਤੋਂ ਸ਼੍ਰੀ ਕ੍ਰਿਸ਼ਨ ਬਣਨਾ ਹੈ। ਹੁਣ ਸ਼੍ਰੀ ਕ੍ਰਿਸ਼ਨਪੁਰੀ ਸਥਾਪਨਾ ਹੋ ਰਹੀ ਹੈ। ਸ਼੍ਰੀ ਕ੍ਰਿਸ਼ਨ ਦੀ ਆਤਮਾ ਵੀ ਹੁਣ ਰਾਜਯੋਗ ਸਿੱਖ ਰਹੀ ਹੈ। ਤੁਸੀਂ ਵੀ ਕ੍ਰਿਸ਼ਨਪੁਰੀ ਵਿੱਚ ਜਾਣਾ ਚਾਹੋ ਤਾਂ ਰਾਜਯੋਗ ਸਿੱਖੋ। ਲਕਸ਼ਮੀ ਨਾਰਾਇਣ ਕਹਿਣ ਨਾਲ ਮਨੁੱਖ ਮੂੰਹ ਜਾਂਦੇ ਹੈ। ਸ਼੍ਰੀ ਕ੍ਰਿਸ਼ਨ ਨੂੰ ਝੂਲੇ ਵਿੱਚ ਝੁਲਾਉਂਦੇ ਹੈ। ਪੂਜਾ ਲਕਸ਼ਮੀ ਨਾਰਾਇਣ ਦੀ ਕਰਦੇ ਹੈ। ਉਹਨਾਂ ਦਾ ਬਾਲ ਚਿੱਤਰ ਕੁਝ ਵੀ ਹੈ ਨਹੀਂ। ਰਾਧੇ ਕ੍ਰਿਸ਼ਨ ਫਿਰ ਕਿੱਥੋਂ ਗਏ, ਕੀ ਹੋਇਆ, ਕੁਝ ਵੀ ਪਤਾ ਨਹੀਂ ਹੈ। ਰਾਧੇ ਕ੍ਰਿਸ਼ਨ ਕੋਈ ਆਪਸ ਵਿੱਚ ਭਾਈ ਭੈਣ ਨਹੀਂ ਹੈ। ਹੁਣ ਰਾਧੇ ਕ੍ਰਿਸ਼ਨ ਦਾ ਰਾਜ ਤਾਂ ਹੈ ਨਹੀਂ। ਦੁਆਪਰ ਵਿੱਚ ਉਹਨਾਂ ਦੀ ਰਾਜਧਾਨੀ ਦਾ ਕੁਝ ਪਤਾ ਥੋੜੀ ਨਾ ਹੈ। ਤਾਂ ਇਹ ਸਭ ਗੱਲਾਂ ਸਮਝਣ ਦੇ ਲਈ ਬਹੁਤ ਚੰਗੀ ਬੁੱਧੀ ਚਾਹੀਦੀ ਹੈ। ਲਿਟਰੇਚਰ ਬਣਾਉਣ ਵਿੱਚ ਵੀ ਮਿਹਨਤ ਲੱਗਦੀ ਹੈ। ਵਿਸ਼ਨੂੰ ਤੇ ਲੰਕਾਰ ਵਿਖਾਉਂਦੇ ਹੈ, ਪਰ ਅਸਲ ਵਿੱਚ ਵਿਸ਼ਨੂੰ ਤੇ ਇਹ ਲੰਕਾਰ ਹੁੰਦੇ ਨਹੀਂ। ਵਿਸ਼ਨੂੰ ਜਾਂ ਲਕਸ਼ਮੀ ਨਾਰਾਇਣ ਨੂੰ ਸ਼ੰਖ ਥੋੜੀ ਨਾ ਹੈ। ਤਾਂ ਅਸੀਂ ਕੀ ਲਿਖੀਏ? ਮਨੁੱਖਾਂ ਦਾ ਕੁਝ ਵੀ ਸਮਝ ਨਾ ਸਕਣ। ਸ਼ੰਖ ਹੈ ਤੁਹਾਡੇ ਕੋਲ ਤਾਂ ਲੰਕਾਰ ਜ਼ਰੂਰ ਬ੍ਰਾਹਮਣਾਂ ਨੂੰ ਦੇਣੇ ਪਏ। ਕਹਿਣਗੇ ਇਹ ਬ੍ਰਾਹਮਣ ਫਿਰ ਕਿੱਥੋਂ ਆਏ, ਸਮਝ ਨਹੀਂ ਸਕਣਗੇ। ਤੁਸੀਂ ਸਮਝਾ ਸਕਦੇ ਹੋ। ਅਸੀਂ ਬ੍ਰਾਹਮਣ ਸਵਦਰਸ਼ਨ ਚੱਕਰਧਾਰੀ ਹਾਂ। ਇਹ ਸਭ ਗੱਲਾਂ ਸਮਝਾਉਣ ਲਈ ਬੜੀ ਹੀ ਵਿਸ਼ਾਲ ਬੁੱਧੀ ਚਾਹੀਦੀ ਹੈ। ਪ੍ਰਜਾ ਵਿੱਚ ਜਾਣ ਵਾਲੇ ਮੋਟੀ ਬੁੱਧੀ ਸਮਝ ਨਾ ਸਕਣ। ਸਮਝਾਉਣ ਵਿੱਚ ਬੜੀ ਹੀ ਡਿਫਿਕਲਟੀ ਲੱਗਦੀ ਹੈ। ਬਾਬਾ ਲਿਖਦੇ ਵੀ ਹੈ ਸਿਕਿਲ ਦੇ ਸਵਦਰਸ਼ਨ ਚੱਕਰਧਾਰੀ ਬ੍ਰਹਮਾ ਮੁੱਖ ਵੰਸ਼ਾਵਲੀ, ਪਰ ਤੁਹਾਡੇ ਕੋਲ ਲੰਕਾਰ ਕਿੱਥੇ ਹੈ? ਚਿੱਤਰਾਂ ਵਿੱਚ ਦੇਵੀਆਂ ਨੂੰ ਤੀਜਾ ਨੇਤਰ ਦਿੱਤਾ ਹੈ, ਪਰ ਉਹਨਾਂ ਨੂੰ ਤੇ ਤੀਜਾ ਨੇਤਰ ਹੈ ਨਹੀਂ। ਤੁਹਾਡੀ ਹੁਣ ਤੀਜੀ ਅੱਖ ਖੁੱਲੀ ਹੈ। ਤੁਸੀਂ ਸ਼ਕਤੀਆਂ ਦੀ ਮਹਿਮਾ ਹੈ। ਜਗਤੰਬਾ ਹੈ ਤਾਂ ਬੱਚੇ ਵੀ ਨਾਲ ਹੋਣਗੇ। ਮੇਜੋਰਿਟੀ ਮਾਤਾਵਾਂ ਦੀ ਹੈ। ਮਾਤਾਵਾਂ ਨੂੰ ਹੀ ਊਂਚ ਉਠਾਉਂਦੇ ਹੈ ਨਾ। ਚੰਗਾ,
ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਨੰਬਰ 1 ਪਰ ਆਪਣਾ ਸਮਾਂ ਸਰਵਿਸ ਵਿੱਚ ਸਫਲ ਕਰਨਾ ਹੈ। ਤਨ ਮਨ ਧਨ ਸਭ ਅਰਪਣ ਕਰ। ਜਦੋਂ ਤੱਕ ਜਿਉਣਾ ਹੈ ਪੜ੍ਹਾਈ ਪੜ੍ਹਦੇ ਰਹਿਣਾ ਹੈ। ਨੰਬਰ 2 ਆਪਸ ਵਿੱਚ ਇੱਕ ਦੋ ਦੀ ਗਿਆਨ ਨਾਲ ਪਾਲਣਾ ਕਰਨੀ ਹੈ। ਅਜਿਹਾ ਕੋਈ ਕੰਮ ਨਹੀਂ ਕਰਨਾ ਹੈ ਜਿਸ ਨਾਲ ਬਾਪ ਦੀ ਅਵਗਿਆ ਹੋਏ। ਵਰਦਾਨ ਹੈ ਅੱਜ ਦਾ, ਅਵਿਨਾਸ਼ੀ ਅਤੇ ਇੰਦਰੀਆ ਸੁਖ ਵਿੱਚ ਰਹਿ। ਸਭ ਨੂੰ ਸੁਖ ਦੇਣ ਵਾਲੇ ਸੁਖ ਲੈਣ ਵਾਲੇ ਮਾਸਟਰ ਸੁਖਦਾਤਾ ਭਵ। ਅਵਿਨਾਸ਼ੀ ਅਤੇ ਇੰਦਰੀਆ ਸੁਖ ਵਿੱਚ ਰਹਿ। ਸਭ ਨੂੰ ਸੁਖ ਦੇਣ ਅਤੇ ਸੁਖ ਲੈਣ ਵਾਲੇ ਮਾਸਟਰ ਸੁਖਦਾਤਾ ਭਵ। ਅੱਜ ਬਾਬਾ ਆਖਦੇ ਨੇ ਅਤੀ ਇੰਦਰੀਆ ਸੁਖ ਮਤਲਬ ਆਤਮਿਕ ਸੁਖ ਅਵਿਨਾਸ਼ੀ ਹੈ। ਇੰਦਰੀਆਂ ਖੁਦ ਹੀ ਵਿਨਾਸ਼ੀ ਹੈ ਤਾਂ ਉਹਨਾਂ ਤੋਂ ਪ੍ਰਾਪਤ ਦੁੱਖ ਵੀ ਵਿਨਾਸ਼ੀ ਹੋਵੇਗਾ। ਇਸ ਲਈ ਸਦਾ ਅਤੀ ਇੰਦਰੀਆ ਸੁਖ ਵਿੱਚ ਰਹੋ ਤਾਂ ਦੁੱਖ ਦਾ ਨਾਮ ਨਿਸ਼ਾਨ ਆ ਨਹੀਂ ਸਕਦਾ। ਜੇਕਰ ਦੂਸਰਾ ਕੋਈ ਤੁਹਾਨੂੰ ਦੁੱਖ ਦਿੰਦਾ ਹੈ ਤਾਂ ਤੁਸੀਂ ਨਹੀਂ ਲਓ। ਤੁਹਾਡਾ ਸਲੋਗਨ ਹੈ ਸੁਖ ਦੋ ਸੁਖ ਲਓ, ਨਾ ਦੁੱਖ ਦੋ ਨਾ ਦੁੱਖ ਲਓ। ਕੋਈ ਦੇਵੇ ਤਾਂ ਉਸ ਨੂੰ ਪਰਿਵਰਤਨ ਕਰ ਤੁਸੀਂ ਸੁਖ ਦੇ ਦੇਵੋ, ਉਸ ਨੂੰ ਹੀ ਸੁਖੀ ਬਣਾ ਦੇਵੋ ਤਾਂ ਕਹਾਂਗੇ ਮਾਸਟਰ ਸੁਖਦਾਤਾ। ਸਲੋਗਨ ਇਸ ਦਾ, ਜ਼ਿਆਦਾ ਬੋਲ ਕੇ એનર્ਜੀ ਗਵਾਉਣ ਦੀ ਬਜਾਏ ਅੰਤਰਮੁਖਤਾ ਦੇ ਰਸ ਤੇ ਅਨੁਭਵੀ ਬਣੋ। ਜ਼ਿਆਦਾ ਬੋਲ ਕੇ એનર્ਜੀ ਗਵਾਉਣ ਦੀ ਬਜਾਏ ਅੰਤਰਮੁਖਤਾ ਦੇ ਰਸ ਦੇ ਅਨੁਭਵੀ ਬਣੋ। ਅੱਛਾ, ਓਮ ਸ਼ਾਂਤੀ।